नानक करके गुल जी राखो राखण हार दे अल्लाह नानक करके गुल राखो राखण हार दे अल्लाह नानक करके गुल जी राखो राखण हार दे अल्लाह नानक करके गुल जी राखो राखण हार दे अल्लाह नानक करके गुल जी राखो राखण हार दे अल्लाह नानक करके गुल जी नानक करके गुल जी करके गुल जी नानक करके गुल नानक करके गुल जी नानक करके गुल जी नानक करके गुल नानक करके गुल नानक करके गुल जी करके गुल जी नानक 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 करके गुल नानक करके गुल जी गुल जी नानक करके गुल जी राखो राखण हार दे अल्लाह नानक करके गुल जी राखो राखण हार दे अल्लाह नानक करके गुल जी राखो राखण हार दे अल्लाह नानक करके गुल जी राखो राखण हार दे अल्लाह नानक करके गुल जी राखो राखण हार दे अल्लाह नानक करके गुल जी राखो राखण हार दे अल्लाह नानक करके गुल जी परम सत्कारयोग गुरु जी की साजी ते नवाजी हुई साध संग जो अमृत वेले दे समय ਨੂੰ ਮੁੱਖ ਰੱਖਦੇ ਹਾਜ਼ਰੀਆਂ ਭਰਨ ਵਾਸਤੇ ਜਾਨਾਂ ਦੀ ਤਰ੍ਹਾਂ ਸੱਚਖੰਡ ਦਰਬਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੀ ਪਾਵਨ ਪਿੱਤਰ ਬਾਣੀ ਕੀਰਤਨ ਤੇ ਕੁਝ ਕੁ ਸਮਾਂ परमात्मा के घर की विचार उहदे नाल आपां रोज़ाना की तरह अपना समा सफल करन वास्ते उस स्वसां नूं परमात्मा के लेखे लाउण वास्ते आपां सारे अमृत वेले जुड़ते हाँ। सब जी फरमान करते हैं बिन भागा सत संग ना लभै बिन संगत मैल भरीजै जियो। बिना कर्मा तो परमात्मा की संगत सेवा जिहड़ी है प्राप्त नहीं होंदी है। इस करके महाराज जी कहने बिन संगत मैल भरीजै बिना संगत तो ਜਿਹੜੀ ਮਨ ਨੂੰ ਮੈਲ ਲੱਗੀ ਹੈ ਪਾਪਾਂ ਦੀ ਤਨ ਦੀ ਮੈਲ ਪਾਣੀ ਨਾਲ ਲੈ ਜਾਂਦੀ ਹੈ। ਤਨ ਤੇ ਗਰਦ ਜੰਮ ਗਈ ਮੈਲ ਜੰਮ ਗਈ ਘਟਾ ਜੰਮ ਗਿਆ ਉਹਨੂੰ ਪਾਣੀ ਨਾਲ ਧੋ ਲਓ। ਤਨ ਦੀ ਮੈਲ ਪਾਣੀ ਨਾਲ ਉਤਰ ਜਾਂਦੀ ਹੈ ਪਰ ਮਨ ਦੀ ਮੈਲ ਜਿਹੜੀ ਹੈ ਨਾ ਉਹ ਗੁਰੂ ਨਾਨਕ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਹੀ ਲੈਂਦੀ ਹੈ। ਕਿਉਂਕਿ ਮਹਾਰਾਜ ਜੀ ਪ੍ਰਮਾਣ ਕਰਦੇ ਨੇ ਭਰੀ ਹੈ ਮਤ पापों के संग। इस करके जिवें एक पुराने वस्त्र उत्ते वाहवा चिर दी मैल लगी होवे जम्मी होवे मैल
ਇੱਕ ਵਸਤਰ ਐਸਾ ਹੁੰਦਾ ਹੈ ਜਿਹਨੂੰ ਥੋੜ੍ਹੀ ਮੈਲ ਹੈ, ਉਹਨੂੰ ਕੱਪੜੇ ਨੂੰ ਉਤਾਰੋ, ਮਸ਼ੀਨ ਵਿੱਚ ਪਾ ਦਿਓ, ਥੋੜ੍ਹਾ ਜਿਹਾ ਸਰਫ ਪਾ ਦਿਓ, ਉਹ ਕੱਪੜਾ ਠੀਕ ਹੋ ਜਾਂਦਾ ਹੈ। ਇੱਕ ਇਹੋ ਜਿਹਾ ਕੱਪੜਾ ਜਿਹਨੂੰ ਥੋੜ੍ਹੀ ਜਿਹੀ ਵੱਧ ਮੈਲ ਲੱਗੀ ਹੁੰਦੀ ਹੈ, ਉਸ ਕੱਪੜੇ ਨੂੰ ਕੀ ਕੀਤਾ ਜਾਂਦਾ ਹੈ, ਉਹਨੂੰ ਸਰਫ ਲਾ ਕੇ ਬੁਰਸ਼ ਨਾਲ ਜਿਹੜਾ ਉਹ ਧੋਤਾ ਜਾਂਦਾ ਹੈ। ਇੱਕ ਉਦੋਂ ਮੈਲ ਜ਼ਿਆਦਾ ਲੱਗੀ ਹੁੰਦੀ ਹੈ, ਉਹਨੂੰ ਸਾਬਣ ਲਾ ਕੇ ਉਹਨੂੰ ਬੁਰਸ਼ ਦੀ ਲੋੜ ਨਹੀਂ ਪੈਂਦੀ, ਉਹਨੂੰ ਥਾਪੇ ਦੀ ਲੋੜ ਪੈਂਦੀ ਹੈ। ਚੰਗੀ ਤਰ੍ਹਾਂ ਥਾਪੇ ਦੇ ਨਾਲ ਉਹਨੂੰ ਕੁੱਟਿਆ ਜਾਂਦਾ, ਫਿਰ ਮੂਧਾ ਕਰਕੇ ਫਿਰ ਕੁੱਟਿਆ ਜਾਂਦਾ, ਫਿਰ ਉਹਦੀ ਮੈਲ ਉਤਰਦੀ ਹੈ। ਇੱਕ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਜ਼ਿਆਦਾ ਕੱਪੜਾ ਮੈਲਾ ਹੁੰਦਾ, ਉਹ ਕੀ, ਉਹ ਫਿਰ ਪਾਣੀ ਦਾ ਪਤੀਲਾ ਵਾਲ ਕੇ ਉਹਦੇ ਵਿੱਚ ਸੋਡਾ ਪਾਇਆ ਜਾਂਦਾ, ਸਰਫ ਅਤੇ ਸੋਡਾ। ਉਸ ਗਰਮ ਪਾਣੀ ਦੇ ਵਿੱਚ ਕੱਪੜੇ ਨੂੰ ਡੁਬੋਇਆ ਜਾਂਦਾ ਹੈ। ਉਹ ਤੋਂ ਬਾਅਦ ਫਿਰ ਉਸ ਕੱਪੜੇ ਨੂੰ ਜਿਹੜਾ ਥੱਪੇ ਨਾਲ ਕੁੱਟਿਆ ਜਾਂਦਾ, ਫਿਰ ਕਿਤੇ ਜਾ ਕੇ ਮੈਲ ਉਤਰਦੀ ਹੈ। ਮਹਾਰਾਜ ਜੀ ਕਹਿੰਦੇ ਤੇਰੇ ਤਨ ਦੀ ਮੈਲ ਪਾਣੀ ਨਾਲ ਲੈ ਗਈ, ਸ਼ੈਂਪੂ ਨਾਲ ਲੈ ਗਈ, ਵਧੀਆ ਸਾਬਣ ਨਾਲ ਲੈ ਗਈ, ਪਰ ਮੈਲ, ਮਨ ਦੀ ਮੈਲ ਕਈ ਵਾਰੀ ਤਾਂ ਇਸ ਤਰ੍ਹਾਂ ਗਰਮ ਪਾਣੀ ਵਿੱਚ ਵੀ ਪਾਉਣਾ ਪੈਂਦਾ ਹੈ। ਕਈ ਵਾਰੀ ਇਸ ਮਨ ਨੂੰ ਜਿਹੜਾ ਨਾ ਉਹ ਪਟਕਾ ਕੇ ਮਾਰਨਾ ਪੈਂਦਾ ਹੈ, ਅਤੇ ਫਿਰ ਕਿਤੇ ਜਾ ਕੇ ਇਹਦੀ ਮੈਲ ਲੈਂਦੀ ਹੈ। ਅਤੇ ਕਈਆਂ ਦੀ ਮੈਲ ਜਿਹੜੀ ਉਹ ਸੌਖੀ ਉਤਰ ਜਾਂਦੀ ਹੈ, ਅਤੇ ਉਹ ਪਰਮਾਤਮਾ ਦੇ ਲੜ ਛੇਤੀ ਲੱਗ ਜਾਂਦੇ ਹਨ। ਇਸ ਕਰਕੇ ਅੱਜ ਭਾਈ ਲਾਲਾ ਮੈਲ ਥੋੜ੍ਹੀ ਸੀ, ਕੱਪੜਾ ਬੜਾ ਵਧੀਆ ਸੀ, ਅਤੇ ਅੱਜ ਭਾਈ ਲਾਲਾ ਗੁਰੂ ਦੇ ਚਰਨਾਂ ਵਿੱਚ ਇੱਕ ਵਾਰੀ ਦਰਸ਼ਨ ਕਰਕੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕੱਟੀ ਹੈ। ਭਾਈ ਲਾਲਾ ਇੱਕ ਵਾਰੀ ਗੁਰੂ ਦੇ ਚਰਨਾਂ ਵਿੱਚ ਆਇਆ ਅਤੇ ਹੋ ਕੇ ਹੀ ਰਹਿ ਗਿਆ। ਅਤੇ ਇਹੀ ਗੱਲ ਕਿਤੇ ਮਨੁੱਖ ਇਸ ਤਰ੍ਹਾਂ ਉਹਦਾ ਸੁਭਾਅ ਬਣ ਜਾਵੇ, ਉੱਪਰੋਂ ਤੋਂ ਕਹਿੰਦਾ ਤਨ ਮਨ ਧਨ ਸਭ, ਤਨ ਮਨ ਧਨ ਸਭ ਤੇਰਾ, ਪਰ ਕਬਜ਼ਾ ਰਹੂਗਾ ਮੇਰਾ। ਗੁਰੂ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ, ਤਿੰਨੇ ਚੀਜ਼ਾਂ ਗੁਰੂ ਦੇ ਦੇ, ਤਨ ਵੀ ਮਨ ਵੀ ਧਨ ਵੀ, ਸੌਂਪ ਗੁਰੂ ਕੋ, ਸੌਂਪ ਤੋਂ ਭਾਵ ਦੇਣੀ ਆ। ਫਿਰ ਗੁਰੂ ਜੀ ਕਹਿੰਦੇ ਫਿਰ ਕਰਨਾ ਕੀ ਹੈ, ਹੁਕਮ ਮੰਨਿਓ ਪਾਈਐ। ਗੁਰੂ ਜੀ ਦਾ ਹੁਕਮ ਮੰਨਣਾ ਹੈ। ਗੁਰੂ ਕੀ ਕਹਿੰਦਾ ਹੈ, ਗੁਰੂ ਇਹ ਨਹੀਂ ਗੁਰੂ ਮਾੜੇ ਪਾਸੇ ਲੈ ਜਾਂਦਾ। ਗੁਰੂ ਕਹਿੰਦਾ ਸ਼ਰਾਬਾਂ ਪੀ, ਗੁਰੂ ਕਹਿੰਦਾ ਭਿਆਨਕ ਨਸ਼ੇ ਖਾ, ਇਹ ਜਿਹਦੇ ਵਿੱਚ ਅੱਜ ਦਲਦਲ ਦੇ ਵਿੱਚ ਫਸੇ ਪਏ ਨੇ ਦੁਨੀਆ ਦੇ ਲੋਕ। ਮੈਂ ਤਾਈਓ ਨਹੀਂ ਬਹੁਤੀ ਅਰਜ਼ ਕਰਦਾ ਇਹ ਗੱਲ ਦੀ, ਮੈਂ ਆਖਿਆ ਉਹਨਾਂ ਉੱਤੇ ਇੰਨੀ ਕੁ ਮੈਲ ਚੜ੍ਹੀ ਪਈ ਹੈ ਬਈ ਨਾ ਉਹ ਕਰਮ ਪਾਣੀ ਨਾਲ, ਨਾ ਉਹ ਥਾਪਿਆ, ਨਾ ਉਹ ਲੈਣ ਵਾਲੀ ਨਹੀਂ ਹੈ। ਫਿਰ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਮੱਝ ਮੂਹਰੇ ਬੀਨ ਵਜਾਈ ਦਾ ਫਿਰ ਫਾਇਦਾ ਵੀ ਕੀ ਹੈ, ਜਿਹੜਾ ਕਹੇ ਤੋਂ ਮੰਨੇ ਹੀ ਨਾ। ਗੁਰੂ ਦੀ ਗੱਲ, ਅਸੀਂ ਗੁਰੂ ਦੀ ਗੱਲ ਪੜ੍ਹ ਕੇ ਸੁਣਾਉਣੀ ਹੈ, ਨਾ ਕਿ ਆਪਣੀ ਗੱਲ ਸੁਣਾਉਣੀ ਹੈ। ਕਿਵੇਂ ਕਹਿੰਦੇ ਇੱਕ ਭੈਣ ਦਾ ਜਿਹੜੇ ਪਤੀ ਹੈ ਉਹ ਫੌਜ ਵਿੱਚ ਗਿਆ ਹੋਇਆ ਹੈ, ਉਹਨਾਂ ਸਮੇਂ ਦੀ ਗੱਲ ਜਦੋਂ ਕੋਈ ਜਿਹੜੇ ਆ ਟੈਲੀਫੋਨ ਵਗੈਰਾ ਨਹੀਂ ਹੁੰਦੇ, ਉਸ ਭੈਣ ਨੇ ਚਿੱਠੀ ਭੇਜ ਦਿੱਤੀ, ਵਾਹਿਗੁਰੂ ਜੀ ਫੌਜੀ ਨੇ ਚਿੱਠੀ ਭੇਜ ਦਿੱਤੀ ਘਰ ਦੇ ਵਿੱਚ, ਇਹ ਮੇਰੀ ਪਤਨੀ ਨੂੰ ਚਿੱਠੀ ਫੜਾਈ ਜਾਵੇ। ਡਾਕੀਆ ਚਿੱਠੀ ਲੈ ਕੇ ਆਇਆ, ਦਿਖਾਇਆ, ਭਾਈ ਆ ਤੇਰੇ ਪਤੀ ਦੀ ਚਿੱਠੀ ਆਈ ਹੈ। ਉਹ ਕਹਿਣ ਲੱਗੀ ਮੈਨੂੰ ਸੁਣਾ ਦੇ ਪੜ੍ਹ ਕੇ, ਵੀਰਾ ਮੈਨੂੰ ਤਾਂ ਪੜ੍ਹਨੀ ਨਹੀਂ ਆਉਂਦੀ। ਹੁਣ ਉਹਨੇ ਪੜ੍ਹ ਕੇ ਸੁਣਾ ਦਿੱਤੀ, ਉਹ ਜਿਵੇਂ ਚਿੱਠੀ ਵਿੱਚ ਲਿਖਿਆ ਉਹਨੇ ਉਸੇ ਤਰ੍ਹਾਂ ਨੂੰ ਪੜ੍ਹ ਕੇ ਸੁਣਾ ਦਿੱਤਾ, ਮੇਰੀ ਪਿਆਰੀ ਪਤਨੀ। ਹੁਣ ਪੜ੍ਹ ਕੇ ਤਾਂ ਉਹ ਡਾਕੀਆ ਸੁਣਾ ਰਿਹਾ ਹੈ, ਪਰ ਉਹਦੀ ਪਤਨੀ ਤਾਂ ਨਹੀਂ ਬਣ ਸਕਦੀ। ਇਸੇ ਤਰ੍ਹਾਂ ਗੁਰੂ ਦੇ ਬੋਲ ਨੇ ਜਿਹੜੇ ਅਸੀਂ ਤੁਹਾਡੇ ਅੰਮ੍ਰਿਤ ਵੇਲੇ ਅੱਗੇ ਰੱਖਦੇ ਹਾਂ ਵੀ ਭਾਈ ਜੇ ਤੁਸੀਂ ਇੱਧਰਲੇ ਪਾਸੇ ਜਾਓਗੇ ਤੁਹਾਨੂੰ ਇਸ ਗੱਲ ਦਾ ਨੁਕਸਾਨ ਹੋਊਗਾ। ਅਤੇ ਇਹਦਾ ਸਾਰ ਭਾਵ ਇਹੀ ਹੁੰਦਾ, ਕਥਾ ਸੁਣਾ ਕੇ, ਸਾਰੀ ਸਾਖੀ ਸੁਣਾ ਕੇ ਉਹਦਾ ਸਾਰ ਭਾਵ ਕੱਢਣਾ ਹੁੰਦਾ ਵੀ ਇਹਦਾ ਸਾਰ ਭਾਵ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਵੀ ਜਿਹੜਾ ਉਹ ਚਿੱਠੀ ਪੜ੍ਹਨ ਵਾਲਾ ਇੱਕ ਉਹਦਾ ਪਤੀ ਨਹੀਂ ਬਣ ਸਕਦਾ, ਪਰ ਲਿਖੀ ਹੋਈ ਗੱਲ ਪੜ੍ਹੀ ਹੋਈ ਸਾਰੀ ਉਸੇ ਤਰ੍ਹਾਂ, ਮੈਂ ਇੱਥੇ ਮੇਰੀ ਪਤਨੀ, ਮੈਂ ਇੱਥੇ ਠੀਕ ਠਾਕ ਹਾਂ, ਤੂੰ ਤੇ ਤੇਰੇ ਬੱਚੇ ਆਪਣਾ ਖਿਆਲ ਰੱਖਿਓ, ਕਿਸੇ ਚੀਜ਼ ਦੀ ਲੋੜ ਹੈ ਫਲਾਣੀ ਦੁਕਾਨ ਤੋਂ ਜਾ ਕੇ ਲਿਆਇਓ। ਇਹ ਉਸ ਡਾਕੀਏ ਨੇ ਪੜ੍ਹ ਕੇ ਸੁਣਾ ਦਿੱਤੀ ਸਾਰੀ ਚਿੱਠੀ। ਇਸ ਕਰਕੇ ਉਹਦੇ ਵਿੱਚ ਫਿਰ ਦੱਸਿਆ ਵੀ ਹੈ ਬੱਚਿਆਂ ਨੂੰ ਇੱਧਰ ਜਾਣ ਤੋਂ ਰੋਕਣਾ ਹੈ, ਇੱਧਰ ਨਹੀਂ ਜਾਣ ਦੇਣਾ, ਕਿਸੇ ਫਲਾਣੇ ਗੁਆਂਢੀ ਦੇ ਘਰ ਨਹੀਂ ਜਾਣਾ, ਇਹਨਾਂ ਦੇ ਮਾੜੇ ਖਿਆਲਾਤ ਨੇ। ਇਸੇ ਤਰ੍ਹਾਂ ਅਸੀਂ ਵੀ ਅੰਮ੍ਰਿਤ ਵੇਲੇ ਵੀ ਦੱਸਦੇ ਹਾਂ ਭਾਈ ਜੇ ਤੁਸੀਂ ਭਿਆਨਕ ਨਸ਼ਿਆਂ ਦੀ ਦਲਦਲ ਵਿੱਚ ਇੱਕ ਵਾਰੀ ਫਸ ਗਏ, ਮੁੜ ਕੇ ਫਿਰ ਨਿਕਲਿਆ ਨਹੀਂ ਜਾਣਾ ਹੈ, ਇਹਨਾਂ ਤੋਂ ਬਚੋ। ਆਓ ਭਾਈ ਲਾਲਾ ਬਚ ਗਿਆ, ਜੀਵਨ ਸਵਾਰ ਲਿਆ ਭਾਈ ਲਾਲੇ ਨੇ। ਅਤੇ ਉਹ ਹੁਣ ਜਿਹੜਾ ਨਾ ਪਾਣੀ ਦੀ ਗਾਗਰ ਲੋਹੇ ਦੀ ਭਰ ਕੇ
ਸਿਰ ਤੇ ਚੁੱਕ ਕੇ ਵਾਪਸ ਮੁੜਿਆ ਆਉਂਦਾ ਹੈ, ਮੁਖ ਵਿੱਚ ਵਾਹਿਗੁਰੂ ਵਾਹਿਗੁਰੂ। ਕਈ ਵਾਰੀ ਡਿੱਗ ਵੀ ਪੈਂਦਾ ਹੈ, ਕਿਉਂਕਿ ਹਨੇਰੀ ਜਦੋਂ ਝੱਖੜ ਝਾਂਗੀ ਮੀਂਹ ਬਰਸੈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਹਿੰਦੇ ਕਈ ਵਾਰੀ, ਕਿਉਂਕਿ ਜਿਹੜੇ ਬਾਰਿਸ਼ਾਂ ਦੇ ਦਿਨ ਨੇ ਇੱਥੇ ਹਵਾ ਵੀ ਚੱਲ ਪੈਂਦੀ ਹੈ, ਹਨੇਰੀ ਵੀ ਚੱਲ ਪੈਂਦੀ ਹੈ, ਤੇਜ਼ ਵੀ ਹੋ ਜਾਂਦੀ ਹੈ। ਪਰ ਭਾਈ ਲਾਲਾ ਪਿਆਰੇ ਜੀ ਝੱਖੜ ਝਾਂਗੀ ਮੀਂਹੋਂ ਬਰਸੈ, ਮੇਰੇ ਪਿਆਰੇ ਝੱਖੜ ਝਾਂਗੀ ਮੀਂਹੋਂ ਬਰਸੈ। ਪਿਆਰੇ ਜੀ ਝੱਖੜ ਝਾਂਗੀ ਮੀਂਹੋਂ ਬਰਸੈ, ਪਿਆਰੇ ਜੀ ਝੱਖੜ ਝਾਂਗੀ ਮੀਂਹੋਂ ਬਰਸੈ, ਝੱਖੜ ਝਾਂਗੀ ਮੀਂਹੋਂ ਬਰਸੈ। ਪਿਆਰੇ ਜੀ ਝੱਖੜ ਝਾਂਗੀ ਮੀਂਹੋਂ ਬਰਸੈ, ਝੱਖੜ ਝਾਂਗੀ ਜੀ ਮੀਂਹੋਂ ਬਰਸੈ, ਝੱਖੜ ਝਾਂਗੀ ਜੀ ਮੀਂਹੋਂ ਬਰਸੈ। ਝੱਖੜ ਝਾਂਗੀ ਮੀਂਹੋਂ ਬਰਸੈ, ਝੱਖੜ ਝਾਂਗੀ ਮੀਂਹੋਂ ਬਰਸੈ। ਪਿਆਰੇ ਪੀ ਗੁਰ ਦੇਖਣ ਜਾਈ ਜੀ ਮੀਂਹੋਂ ਬਰਸੈ, ਝੱਖੜ ਝਾਂਗੀ ਜੀ ਮੀਂਹੋਂ ਬਰਸੈ। ਗੁਰੂ ਪੈ ਜਾਈ ਜੀ ਮੀਂਹੋਂ ਬਰਸੈ, ਝੱਖੜ ਝਾਂਗੀ ਜੀ ਮੀਂਹੋਂ ਬਰਸੈ। ਗੁਰਸਿੱਖ ਲੰਘ ਗੁਰੂ ਪੈ ਜਾਈ ਜੀ ਮੀਂਹੋਂ ਬਰਸੈ, ਝੱਖੜ ਝਾਂਗੀ ਜੀ ਮੀਂਹੋਂ ਬਰਸੈ। ਝੱਖੜ ਝਾਂਗੀ ਮੀਂਹ ਬਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਹੁਣ ਭਾਈ ਲਾਲਾ ਕਰਦਾ ਸੇਵਾ, 1 ਦਿਨ 2 ਦਿਨ 4 ਦਿਨ, ਹਫ਼ਤਾ, ਮਹੀਨਾ, 2 ਮਹੀਨੇ, 3 ਮਹੀਨੇ, 4 ਮਹੀਨੇ ਪੂਰੇ ਹੋ ਗਏ। ਇਸ ਅੱਸੂ ਤੋਂ ਜਿਹੜੀ ਆ ਵਾਹਿਗੁਰੂ ਸਾਵਣ ਤੋਂ ਸੇਵਾ ਸ਼ੁਰੂ ਕਰੀ, ਸਾਉਣ ਭਾਦੋਂ ਅੱਸੂ ਕੱਤੇ ਤੱਕ ਸੇਵਾ ਚੱਲਦੀ। ਕੱਤੇ ਤੱਕ ਮੀਂਹ ਟਿਕ ਗਏ। ਕੁਝ ਠੰਡ ਦਾ ਵੀ ਜਿਹੜਾ ਮੌਸਮ ਤਬਦੀਲ ਹੋ ਗਿਆ। ਗੁਰੂ ਜੀ ਕਹਿਣ ਲੱਗੇ ਭਾਈ ਹੁਣ ਅਸੀਂ ਅੱਗੇ ਜਾ ਕੇ ਸੰਗਤ ਨੂੰ ਤਾਰਨਾ। 4 ਮਹੀਨੇ ਪੂਰੇ ਹੋ ਗਏ, ਤੁਸੀਂ ਸੰਗਤਾਂ ਨੇ ਸੇਵਾ ਕੀਤੀ ਹੈ। ਅਸੀਂ ਕੜਾ ਮਾਣਕ ਨਗਰ ਵਿੱਚ ਰਹੇ ਹਾਂ, ਅਤੇ ਜਿੱਥੇ ਸਾਡੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਸੀ, ਉਹਦੇ ਵੀ ਦਰਸ਼ਨ ਕਰੇ। ਨੇੜੇ ਨੇੜੇ ਹੋਰ ਵੀ ਸੰਗਤਾਂ ਦਾ ਭਲਾ ਹੋਇਆ, ਸੰਗਤ ਨੇ ਇੱਥੇ ਆ ਕੇ ਸੇਵਾ ਕਰੀ। ਅਤੇ ਹੁਣ ਫਿਰ ਭਾਈ ਲਾਲੇ ਨੇ ਸੇਵਾ ਕਰੀ। ਤੁਸੀਂ ਦੁੱਧ ਦੇ ਜਿਹੜੀਆਂ ਉਹ ਨਦੀਆਂ ਵਗਾ ਦਿੱਤੀਆਂ ਇੱਥੇ। ਭਾਵਨਾ ਅਨੁਸਾਰ ਕਹਿਣ ਤੋਂ ਭਾਵ ਸੇਵਾ ਕੀਤੀ, ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਅਤੇ ਜਿੱਥੇ ਸਿੱਖ ਦੇ ਅੰਦਰ ਭਾਵਨਾ ਹੈ, ਉੱਥੇ ਭਾਈ ਗੁਰਦਾਸ ਜੀ ਕਹਿੰਦੇ ਇੱਕੋ ਹੀ ਚੀਜ਼ ਦੇ ਦੇਵੇ, ਚਾਹੇ ਕਿ ਕੌਡੀ ਅਗਰ ਭਾਵ ਰੱਖੈ, ਤਾਹੇ ਗੁਰ ਸਰਬਨ ਦਾਨ ਦਾਨ ਦੇਤ ਹੈ। ਹੁਣ ਭਾਈ ਲਾਲਾ ਜੀ ਬੜੇ ਖੁਸ਼ ਹੋਏ, ਕਹਿੰਦੇ ਮੈਂ ਭਾਵਨਾ ਦੇ ਨੇ ਸੇਵਾ ਕਰੀ ਹੈ। ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਰਧਾ ਅਤੇ ਭਾਵਨਾ ਦੇ ਨਾਲ ਮੱਥਾ ਵੀ ਟੇਕ ਦੇਵੇ, ਗੁਰੂ ਜੀ ਉਹਦੀ ਵੀ ਮਨੋਕਾਮਨਾ ਪੂਰੀ ਕਰ ਦਿੰਦੇ ਹਨ। ਹੁਣ ਭਾਈ ਲਾਲਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਹੁਣ ਤਾਂ ਜੀ ਜਾ ਲੱਗਿਆ ਸੀ ਸੇਵਾ ਕਰਨ ਦਾ, ਅਤੇ ਹੁਣ ਤੁਸੀਂ ਤਿਆਰੀ ਕਰ ਦਿੱਤੀ। ਮਹਾਰਾਜ ਕਹਿਣ ਲੱਗੇ ਭਾਈ ਲਾਲਿਆ ਹੁਣ ਅੱਗੇ ਵੀ ਜਾਣਾ ਅਸੀਂ। ਥੋੜ੍ਹੀ ਜਿਹੀ ਧੁੱਪ ਨਿਕਲੀ, ਭਾਈ ਲਾਲਾ ਜਿਹੜੇ ਤੰਬੂ ਵਿੱਚ ਜਾਂ ਮਹਿਲ ਵਿੱਚ ਕਹਿ ਲਓ, ਕਮਰੇ ਵਿੱਚ ਗੁਰੂ ਜੀ, ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ, ਹੋਰ ਕੁਝ ਸਿਆਣੇ ਸਿੱਖ ਉਸ ਕਮਰੇ ਵਿੱਚ ਬੈਠੇ ਨੇ। ਅਤੇ ਬਾਰੀ ਪਿੱਛੋਂ ਤਾਕੀ ਖੁੱਲ੍ਹੀ ਹੈ। ਭਾਈ ਲਾਲੇ ਨੇ 1 ਦਸਤਾਰ ਲਾਹੀ, 2 ਲਾਹ ਲੀਆਂ, 3 ਲਾਹ ਲੀਆਂ, ਗਿੱਲੀਆਂ ਨਿਕਲੀ ਜਾਂਦੀਆਂ ਨੇ, 4 5 6 ਇਸ ਤਰ੍ਹਾਂ ਲਾਉਂਦਾ ਲਾਉਂਦਾ ਭਾਈ ਲਾਲੇ ਨੇ ਦਸਤਾਰਾਂ ਲਾਹ ਕੇ ਸਾਰੀਆਂ ਰੱਖ ਦਿੱਤੀਆਂ। ਜਦੋਂ ਦਸਤਾਰ ਲਾਈ ਤੇ ਕੁਝ ਸਿਰ ਦੇ ਰੋਮ ਵੀ ਨਾਲ ਆ ਗਏ।
ਬਾਲ ਕਹਿ ਦਿੰਦੇ ਆਪਾਂ, ਉਹ ਰੋਮ ਵੀ ਨਾਲ ਆ ਗਏ। ਤੇ ਭਾਈ ਲਾਲੇ ਦੇ ਸਿਰ ਵਿੱਚ ਗਾਗਰ ਘਸ ਘਸ ਕੇ ਪਾਣੀ ਪਈ ਗਿਆ ਉੱਤੇ, ਤੇ ਜ਼ਖਮ ਵੀ ਹੋਏ ਪਏ ਨੇ, ਤੇ ਜ਼ਖਮਾਂ ਦੇ ਵਿੱਚ ਅੱਗੇ ਕਿਰਮ ਵੀ ਪਏ ਨੇ। ਭਾਈ ਲਾਲਾ ਵੇਖ ਕੇ ਹੈਰਾਨ ਹੋ ਗਿਆ, ਉਹ ਇਹ ਵੀ ਮੇਰੇ ਗੁਰੂ ਨੇ, ਮੇਰਾ ਸਿਰ ਦਾ ਇੰਨਾ ਹਾਲ ਖਰਾਬ ਹੋਇਆ ਪਿਆ ਪਰ ਮੈਨੂੰ ਤਕਲੀਫ ਹੀ ਨਹੀਂ ਆਈ ਕੋਈ। ਕਿਉਂ? ਕਿਉਂਕਿ ਮੇਰੇ ਗੁਰੂ ਦਾ ਸਿਰ ਤੇ ਹੱਥ ਸੀ। ਭਾਈ ਲਾਲਾ ਜੀ ਕਹਿਣ ਲੱਗੇ, ਮੇਰਾ ਗੁਰੂ ਪੂਰੀ ਮੱਤ ਵਾਲਾ, ਮੇਰੇ ਗੁਰੂ ਨੇ ਮੇਰੇ ਉੱਤੇ ਕਿੰਨੀ ਕਿਰਪਾ ਕਰ ਦਿੱਤੀ। ਤੇ ਧੰਨ ਸੀ ਭਾਈ ਲਾਲਾ, ਆਪਣੇ ਗੁਰੂ ਨੂੰ ਚੇਤੇ ਕਰਦਾ ਹੈ ਪਿਆਰ ਵਿੱਚ ਆ ਕੇ। ਕਹਿਣ ਲੱਗਿਆ, ਮੈਂ ਦੇਖਿਆ ਜਦੋਂ ਘਰੋਂ ਤੁਰਿਆ, ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸਿੱਖ ਆਪਣੇ ਘਰ ਵਿੱਚ ਤੁਰਦਾ ਨਾ, ਗੁਰੂ ਅੱਗੋਂ ਲੈਣ ਵਾਸਤੇ ਜਾਂਦੇ ਨੇ। ਕਹਿੰਦਾ ਸੱਚਮੁੱਚ ਅੱਜ ਮੇਰੇ ਸਿਰ ਤੇ ਪਾਣੀ ਵੀ ਪਿਆ, ਮੇਰੇ ਗੁਰੂ ਨੇ ਮੇਰੇ ਉੱਤੇ ਬੜੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਤਕਲੀਫ ਮੈਨੂੰ ਹੋਈ ਨਹੀਂ, ਪਰ ਮੇਰੇ ਸਿਰ ਦੇ ਰੋਮ ਵੀ ਉਤਰ ਗਏ। ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਵੇਖ ਰਹੇ ਹਨ, ਨੂੰਹ ਤੇ ਸੱਸ ਦੋਨੋਂ। ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਾ ਕੇ ਦੱਸਿਆ, ਜੇ ਸਿੱਖਾਂ ਉੱਤੇ ਏਡੀ ਵੱਡੀ ਕਸਵੱਟੀ ਲਾਉਣਾ ਹੈ, ਗੁਰੂ ਤੇਗ ਬਹਾਦਰ ਮਾਤਾ ਨਾਨਕੀ ਜੀ ਕਹਿਣ ਲੱਗੇ, ਪੁੱਤਰਾ ਜੇ ਤੂੰ ਸਿੱਖਾਂ ਉੱਤੇ ਏਡੀ ਵੱਡੀ ਕਸਵੱਟੀ ਲਾਉਣਾ ਹੈ ਤਾਂ ਫਿਰ ਉਹਨਾਂ ਦਾ ਖਿਆਲ ਵੀ ਰੱਖਿਆ ਕਰ। ਮਾਤਾ ਜੀ ਕੀ ਹੋ ਗਿਆ? ਦੇਖ ਭਾਈ ਲਾਲੇ ਦਾ ਹਾਲ ਕੀ ਹੈ। ਆਓ ਪਿਛਲੇ ਪਾਸੇ ਬੈਠਾ ਹੈ, ਤਾਕੀ ਦੇ ਵਿੱਚ ਹੀ ਦੇਖਿਆ, ਰੋਮ ਜਿਹੜੇ ਦਸਤਾਰ ਦੇ ਨਾਲ ਲੈ ਗਏ, ਜ਼ਖਮ ਸਿਰ ਵਿੱਚ ਹੋਏ ਪਏ ਨੇ, ਕਿਰਮ ਚੱਲ ਰਹੇ ਨੇ। ਤੇ ਭਾਈ ਲਾਲਾ ਗੁਰੂ ਦਾ ਸ਼ੁਕਰ ਕਰ ਰਿਹਾ, ਸੱਚੇ ਪਾਤਸ਼ਾਹ ਕੋਈ ਨਹੀਂ, ਤਨ ਤਾਂ ਫੇਰ ਵੀ ਮਿਲ ਜੂ, ਇਹ ਸਰੀਰ ਤਾਂ ਅਗਲੇ ਜਨਮ ਵਿੱਚ ਫੇਰ ਮਿਲ ਜੂ ਤੁਹਾਡੀ ਜਦੋਂ ਕਿਰਪਾ ਹੋਗੀ, ਪਰ ਆਹ ਸੇਵਾ ਪਤਾ ਨਹੀਂ ਮਿਲਣੀ ਹੈ, ਪਤਾ ਨਹੀਂ ਮਿਲਣੀ। ਹੁਣ ਭਾਈ ਲਾਲਾ ਭਾਈ ਗੁਰਦਾਸ ਜੀ ਦੀ ਬਾਰ ਇਹ ਤੇ ਸਿੱਧ ਹੋ ਰਹੀ ਹੈ ਵੀ ਗੁਰੂ ਜੀ ਭਾਈ ਲਾਲੇ ਦੀ ਦੇਖੋ, ਉਹ ਭਾਵਨਾ ਦੇ ਨਾਲ ਸੇਵਾ ਕਰੀ ਤੇ ਗੁਰੂ ਖੁਸ਼ ਹੋ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਉਹ ਕੀ ਕਹਿੰਦੇ, ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚੱਲ, ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਤ ਹੈ। ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਮੰਤਰ ਸਿਮਰਤ ਤਾਏ ਬਾਰੰਬਾਰ ਗੁਰੂ ਹੇਤ ਹੈ। ਪਾਵਣੀ ਭਗਤ ਪਾਏ, ਕੋਟੀ ਅਗਰ ਭਾਵ ਰਖੈ, ਤਾਏ ਗੁਰ ਸਰਬ ਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਤ ਗਾਦ ਬੋਲ, ਨਮੋ 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 ਨੇਤ 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 ਹੈ। ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਕੋਈ ਸੇਵਾ ਕਰਨੀ। ਮਹਾਰਾਜ ਗਏ, ਜਾ ਕੇ ਭਾਈ ਲਾਲੇ ਦਾ ਸਿਰ ਸਾਫ਼ ਕੀਤਾ ਬਸਤਰ ਦੇ ਨਾਲ, ਸੇਵਾ ਸਿਰ ਸਾਫ਼ ਕਰਕੇ ਕਹਿੰਦੇ, ਭਾਈ ਲਾਲਿਆ ਤੂੰ ਧੰਨ ਹੈ, ਉਹ ਤੇਰੀ ਸੇਵਾ ਬੜੀ ਵੱਡੀ ਹੈ। ਸੱਚੇ ਪਾਤਸ਼ਾਹ ਮੈਂ ਕੌਣ ਨਾ ਸੇਵਾ ਕਰਨ ਵਾਲਾ, ਤਾਂ ਤੁਸੀਂ ਆਪ ਕਰਾਈਏ। ਭਾਈ ਲਾਲੇ ਦੇ ਸਿਰ ਦਾ ਇਸ਼ਨਾਨ ਕਰਾਇਆ, ਸਿਰ ਸਾਫ਼ ਕੀਤਾ। ਇੱਕ ਛੋਟੀ ਦਸਤਾਰ ਜਿਹਨੂੰ ਰਹਿਤਨਾਮੇ ਵਿੱਚ ਕੇਸਕੀ ਕਿਹਾ ਜਾਂਦਾ ਹੈ, ਅੱਡੋ ਅੱਡੀ ਬੋਲੀਆਂ ਨੇ, ਕੋਈ ਉਹਨੂੰ ਮੁੱਕਾ ਕਹਿ ਦਿੰਦਾ, ਕੋਈ ਸਮੋਸਾ ਕਹਿ ਦਿੰਦਾ, ਕੋਈ ਪਰਨਾ ਕਹਿ ਦਿੰਦਾ, ਜਿਹੜੇ ਜਿਹੜੇ ਦੇਸ਼ ਦੀ ਬੋਲੀ, ਚਲੋ ਅੱਡੋ ਅੱਡੀ ਹੈ।
ਕੋਈ ਪਰਨਾ ਵੀ ਜਿਰਤੇ ਆ ਮੈਨੂੰ ਫੜਾਈ, ਛੋਟਾ ਜਿਹਾ ਪਰਨਾ ਮੈਂ ਬੰਨ੍ਹ ਲਾਂ। ਅਤੇ ਸਿੱਖ ਵਾਸਤੇ ਮਹਾਰਾਜ ਜੀ ਕਹਿੰਦੇ ਰਾਤ ਨੂੰ ਵੀ ਸਿੱਖ ਦਾ ਜਿਹੜਾ ਸਿਰ ਹੈ ਉਹ ਨੰਗਾ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਇੱਕ ਕੇਸਾਂ ਦੇ ਨਾਂ, ਕੇਸਾਂ ਦੀ ਸੰਭਾਲ ਵਾਸਤੇ ਇੱਕ ਕੇਸ ਕੀ ਬਖਸ਼ਿਸ਼ ਕੀਤੀ ਹੈ ਮਹਾਰਾਜ ਜੀ ਨੇ। ਜਿਵੇਂ 5 ਕਕਾਰ ਨੇ, ਬਾਹਰਲੇ 4 ਕਕਾਰ ਸਾਡੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਕੇਸ ਗੁਰੂ ਕੀ ਮੋਹਰ, ਬਾਹਰਲੇ ਕਕਾਰ ਕੀ ਕੜਾ, ਕਿਰਪਾਨ, ਕੰਗਾ ਤੇ ਕਸ਼ਹਿਰਾ। ਤੇ ਕੇਸ ਨੇ ਕੁਦਰਤੀ ਦਾਤ ਪਰਮਾਤਮਾ ਦੇ, ਜਿਨ੍ਹਾਂ ਦੇ ਕੇਸ ਨੇ ਨਾ, ਕਹਿੰਦੇ ਪਰਮਾਤਮਾ ਦੇ ਵੀ ਕੇਸ ਨੇ। ਸੋਹਣੇ ਨੱਕ ਜਿਣ ਲੰਬੜੇ ਬਾਲਾ, ਕੰਚਨ ਕਾਇਆ ਸੋਇਨ ਕੀ ਢਾਲਾ। ਕਹਿੰਦੇ ਪਰਮਾਤਮਾ ਦੇ ਸੋਹਣੇ ਸੋਹਣੇ ਕੇਸ ਨੇ, ਸੋਹਣਾ ਨੱਕ, ਵਧੀਆ ਨੱਕ ਪਰਮਾਤਮਾ ਦਾ। ਇਹ ਵੀ ਇੱਕ 16 ਜਿਹੜੇ ਗੁਣ ਨੇ ਉਹਨਾਂ ਦੇ ਵਿੱਚ ਆਉਂਦਾ। 16 ਕੀ ਸ਼ਿੰਗਾਰ ਕੀ ਅੰਤਨ ਪਾਜੇ ਹੈ। ਅੱਜ ਭਾਈ ਲਾਲੇ ਦੇ ਸਿਰ ਉੱਤੇ ਛੋਟੀ ਕੇਸ ਕੀ ਸਜਾ ਦਿੱਤੀ ਮਹਾਰਾਜ ਜੀ ਨੇ ਉਤਾਰ ਕੇ, ਆਪਣੀ ਛੋਟੀ ਕੇਸ ਕੀ, ਕੇਸਾਂ ਦੀ ਸੰਭਾਲ ਵਾਸਤੇ। ਫਿਰ ਵੱਡਾ ਦਸਤਾਰਾ ਲਿਆਂਦਾ ਮਹਾਰਾਜ ਜੀ ਨੇ, ਉਹ ਭਾਈ ਲਾਲੇ ਦੇ ਆਪਣੇ ਸਿਰ ਨਾਲ, ਆਪਣੇ ਹੱਥਾਂ ਦੇ ਨਾਲ ਭਾਈ ਲਾਲੇ ਦੇ ਸਿਰ 'ਤੇ ਬੰਨ੍ਹ ਦਿੱਤਾ। ਬੜੀ ਖੁਸ਼ੀ ਦਿੱਤੀ ਮਹਾਰਾਜ ਜੀ ਨੇ। ਅਗਲੀ ਗੱਲ ਪਤਾ ਕੀ ਆਖੀ ਮਹਾਰਾਜ ਨੇ? ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਕੋਲ ਬਿਠਾ ਕੇ ਭਾਈ ਲਾਲੇ ਨੂੰ, ਭਾਈ ਲਾਲੇ ਆ ਤੈਂ ਸੇਵਾ ਕੀਤੀ ਹੈ, ਅਤੇ ਸੇਵਾ ਕਰਕੇ ਜਿੱਥੇ ਜੀਵਨ ਬਦਲਦਾ ਨਾ, ਜਿਵੇਂ ਪਿਆਰ ਵਿੱਚ ਆ ਕੇ ਰੱਬ ਦੇ ਫਕੀਰ ਲਿਖਦੇ ਨੇ, ਕਹਿੰਦੇ ਜਿਨ੍ਹਾਂ ਦਾ ਸੇਵਾ ਕਰਕੇ ਮਨ ਬਦਲਿਆ, ਉਹਨਾਂ ਨੂੰ ਪੁੱਛਿਆ ਉਹ ਤੁਹਾਡਾ ਜੀਵਨ ਕਿਵੇਂ ਬਦਲ ਗਿਆ? ਉਹ ਕਹਿੰਦੇ ਸਾਡਾ ਜੀਵਨ ਤਾਂ ਭਾਵੇਂ ਬੜਾ ਗੰਦਾ ਸੀ, ਸਾਡੀਆਂ ਗਲਤ ਸੋਚਾਂ ਸੀ, ਗਲਤ ਭਿਆਨਕ ਨਸ਼ਿਆਂ ਦੇ ਵਿੱਚ ਪਏ ਹੋਏ ਸੀ, ਪਰ ਪਤਾ ਸਾਡੇ ਦੇ ਗੁਰੂ ਜੀ ਨੇ, ਤੇਰਾ ਤਾਂ ਜੀਵਨ ਬਦਲ ਗਿਆ, ਸਾਡੇ ਤੇ ਗੁਰ ਮਿਹਰ ਗੁਰਾਂ ਦੀ ਹੋਈ। ਸਾਡਾ ਜੀਵਨ ਬਦਲ ਗਿਆ, ਮਿਹਰ ਗੁਰਾਂ ਦੀ ਹੋਈ। ਸਾਡਾ ਜੀਵਨ ਬਦਲ ਗਿਆ, ਮਿਹਰ ਗੁਰਾਂ ਦੀ ਹੋਈ। ਸਾਡਾ ਜੀਵਨ ਬਦਲ ਗਿਆ, ਸਾਡੇ ਤੇ ਮਿਹਰ ਗੁਰਾਂ ਦੀ ਹੋਈ। ਬਦਲ ਗਿਆ, ਸਾਡੇ ਤੇ ਮਿਹਰ ਗੁਰਾਂ ਦੀ ਹੋਈ। ਜੀਵਨ ਬਦਲ ਗਿਆ, ਸਾਡੇ ਤੇ ਮਿਹਰ ਗੁਰਾਂ ਦੀ ਹੋਈ। ਭਾਈ ਲਾਲਾ ਕਹਿਣ ਲੱਗਾ ਮੇਰੇ ਉੱਤੇ ਬਖਸ਼ਿਸ਼ ਹੋ ਗਈ। ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਮੈਂ ਨਹੀਂ ਸੀ ਸੇਵਾ ਕਰਨ ਵਾਲਾ, ਮੈਥੋਂ ਕਰਾਈ ਹੈ। 4 ਮਹੀਨੇ ਗਾਗਰ ਢੋਏ ਗਿਆ, ਨਿਰਛਿਤ। ਕੋਈ ਮਨ ਵਿੱਚ ਇਹ ਨਹੀਂ ਰੱਖਿਆ ਵੀ ਜੇ ਮੈਂ ਆਹ ਕੰਮ ਕੀਤਾ ਗੁਰੂ ਜੀ ਮੈਨੂੰ ਇੰਨੇ ਪੈਸੇ ਦੇ ਦੇਣਗੇ, ਗੁਰੂ ਜੀ ਮੈਨੂੰ ਆਹ ਦੇ, ਨਹੀਂ, ਮਨ ਵਿੱਚ ਕੁਛ ਨਹੀਂ, ਬਸ ਇੱਕੋ ਹੀ ਭਾਵਨਾ ਮੈਂ ਸੇਵਾ ਕਰ ਲਾਂ ਗੁਰੂ ਦੀ। ਅਤੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਇੱਕ ਜੈਨ ਧਰਮ ਚੱਲਦਾ। ਜੇ ਜੈਨ ਧਰਮ, ਚਲੋ ਧਰਮ ਸਾਰੇ ਪੂਜਾ ਯੋਗ ਨੇ, ਮੈਂ ਕਿਸੇ ਨੂੰ ਵੀ ਧਰਮ ਨੂੰ ਅੱਜ ਤੱਕ ਤੁਸੀਂ ਸੁਣ ਲਿਓ, ਆ ਜਿੰਨੀਆਂ ਵੀ ਰਿਕਾਰਡਿੰਗਾਂ ਹੁੰਦੀਆਂ ਨੈੱਟ 'ਤੇ ਪਾਉਂਦੇ ਹਾਂ ਅਸੀਂ ਸਾਰੀਆਂ, ਇਹੀ ਭਾਵਨਾ ਅਨੁਸਾਰ ਵੀ ਜੇ ਕੋਈ ਕੱਲ੍ਹ ਨੂੰ ਗੱਲ ਕਹਿ ਵੀ ਸਕਦਾ ਬਾਬੇ ਨੇ ਆਹ ਕਿਹਾ, ਆਹ ਧਰਮ ਦੇ ਖਿਲਾਫ ਬੋਲਿਆ, ਆਪਾਂ ਉਹਨੂੰ ਦਿਨ ਪੁੱਛ ਕੇ, ਤਰੀਕ ਪੁੱਛ ਕੇ, ਨੈੱਟ ਤੋਂ ਕੱਢ ਕੇ ਵਿਖਾ ਦੇਂਗੇ ਵੀ ਆਹ ਦੇਖੋ, ਇਹਦੇ ਵਿੱਚ ਸੁਣੋ ਪਹਿਲਾਂ, ਫਿਰ ਸਾਨੂੰ ਦੱਸ ਦਿਓ। ਹਾਂ ਜਿਹੜੀ ਗੱਲ ਕਹਿਣੀ ਆ ਉਹ ਕਹਿਣੀ, ਉਹ ਤੋਂ ਫਿਰ ਡਰਦੇ ਵੀ ਨਹੀਂ। ਹਾਂ ਵੀ ਸਿੱਖ ਧਰਮ ਦੇ ਵਿੱਚ ਜੇ ਮਨੁੱਖ ਹੈ, ਚਲੋ ਆਪਾਂ ਆਪਣੀ ਗੱਲ ਕਰੋ, ਮਨੁੱਖ ਸਿੱਖ ਧਰਮ ਦੇ ਵਿੱਚ ਹੋ ਕੇ ਵੀ ਕੁਰੀਤੀਆਂ ਕਰੇ, ਗਲਤ ਕੰਮ ਕਰੇ, ਅਤੇ ਫਿਰ ਉਹਨੂੰ ਸਿੱਖ ਖਵਾਉਣ ਦਾ ਹੱਕਦਾਰ ਹੈ ਜਾਂ ਨਹੀਂ ਹੈ? ਕਿਉਂ? ਅਗਲਾ ਕਹੂਗਾ ਤੂੰ ਲੱਗਦਾ ਸਿੱਖ ਹੈ, 10ਵੇਂ ਗੁਰਾਂ ਦੇ ਨਾਂ ਨੂੰ ਲਾਜ ਲਾਉਣਾ ਹੈ ਖਾਲਸਾ ਜੀ। ਫਿਰ ਦੁਨੀਆ ਦੇ ਲੋਕ ਇਹੀ ਕਹਿਣਗੇ ਨਾ, ਉਹ ਚੋਲਾ ਤੇਰੇ ਪਾਇਆ, ਕਿਰਪਾਨ ਪਾਈ ਹੈ, ਤੇਰੇ ਪੱਗ ਬੰਨੀ ਹੈ, 10ਵੇਂ ਗੁਰਾਂ ਦੇ ਨਾਂ ਨੂੰ ਲਾਜ ਲਾਉਣਾ ਹੈ ਖਾਲਸਾ ਜੀ। ਸਿੰਘ ਹੋ ਕੇ ਕੰਮ ਕਰੇ ਠੱਗ ਚੋਰ ਯਾਰ ਦੇ। 10ਵੇਂ ਪਾਤਸ਼ਾਹ ਫਿਰ ਮਰ ਤਾੜਨਾ ਪਰੇ ਸ਼ਬਦ ਵੀ ਕਹਿ ਦਿੰਦੇ ਨੇ। ਹੁਣ ਭਾਈ ਲਾਲਾ ਨੇ ਆਖਿਆ ਮੈਂ ਸੇਵਾ ਕਰੀਏ, ਚਲੋ ਕਹਿੰਦੇ ਭਾਈ ਲਾਲਿਆ ਤੇਰਾ ਜੀਵਨ ਵੀ ਬਦਲ ਗਿਆ, ਹੁਣ ਤੇਰਾ ਨਾਂ ਬਦਲਣਾ ਹੈ। ਭਾਈ ਲਾਲੇ ਨੇ ਕਿਹਾ ਸੱਚੇ ਪਾਤਸ਼ਾਹ ਜਿਵੇਂ ਮਰਜ਼ੀ ਕਰ ਦਿਓ। ਫਿਰ ਭਾਈ ਲਾਲੇ ਦਾ ਨਾਂ ਰੱਖਿਆ ਭਾਈ ਮੇਹਾ। ਕਹਿੰਦੇ ਪਾਣੀ ਦੀ ਤੋਟ ਸੀ, ਪਾਣੀ ਦੀ ਕਿੱਲਤ ਸੀ, ਤੇ ਪਾਣੀ ਦਾ ਮੀਂਹ ਵਰਸਾ ਦਿੱਤਾ, ਅੱਜ ਤੋਂ ਤੇਰਾ ਨਾਂ ਭਾਈ ਮੇਹਾ। ਉਹਦਾ ਫਿਰ ਇੱਕ ਧਰਮ ਪੰਥ ਚੱਲਿਆ, ਧਰਮ ਨਹੀਂ, ਧਰਮ ਕਲਗੀਧਰ ਪਾਤਸ਼ਾਹ, ਉਹਦਾ ਇੱਕ ਅੱਗੇ ਫਿਰ ਪੰਥ ਚੱਲਿਆ, ਇੱਕ ਜਥਾ ਚੱਲਿਆ ਕਹਿ ਦਿਓ। ਮਹਾਰਾਜ ਜੀ ਨੇ ਫਿਰ 2 ਨਗਾਰੇ, 2 ਨਿਸ਼ਾਨਚੀ, ਅਤੇ ਇੱਕ ਗੱਡਾ ਚਲਾਉਣ ਵਾਲਾ, 5
ਤੇ ਛੇਵਾਂ ਭਾਈ ਮੇਹੇ ਨੂੰ ਗੱਡੇ ਉੱਤੇ ਬਿਠਾਤਾ। ਹੁਣ ਜਾ ਨਗਰਾਂ ਨਗਰਾਂ ਵਿੱਚ ਜਾ ਕੇ ਹੁਣ ਤੂੰ ਸਿੱਖੀ ਦਾ ਪ੍ਰਚਾਰ ਕਰ। ਫਿਰ ਭਾਈ ਲਾਲੇ ਨੇ ਪ੍ਰਚਾਰ ਕਰਿਆ ਤੇ ਉਦੋਂ ਬਾਅਦ ਫਿਰ ਉਹ ਪਹਿਲਾਂ ਗੱਡਿਆਂ 'ਤੇ ਪ੍ਰਚਾਰ ਕਰਦੇ ਰਹੇ। ਫਿਰ ਹੌਲੀ ਹੌਲੀ ਸਮਾਂ ਆ ਗਿਆ। ਫਿਰ ਪਿੰਡਾਂ 'ਚ ਆਉਂਦੇ ਤਾਂ ਸਾਧੂ ਰਹੇ ਉਹ, ਫਿਰ ਉਹ ਹਾਥੀਆਂ 'ਤੇ ਆਉਂਦੇ ਰਹੇ। ਹਾਥੀ ਹੁੰਦਾ ਨਾ ਪਿੰਡ ਵਿੱਚ ਆਉਂਦਾ ਨਗਰ ਦੇ ਵਿੱਚ, ਉਹਦੇ ਨਾਲ 5 7 10 ਸਾਧ ਹੁੰਦੇ ਨੇ। ਹਾਥੀ ਅੱਗੇ ਲੱਗਿਆ ਹੁੰਦਾ। ਹਾਥੀ ਇੱਕ ਸਾਧਨ ਹੈ ਤੇ ਉਹਦੇ ਨਾਲ ਸਾਧੂ ਹੁੰਦੇ ਮਹਾਂਪੁਰਖ। ਉਹ ਭਾਈ ਲਾਲਾ ਜੀ ਦੀ ਅੰਸ਼ ਬੰਸ, ਭਾਈ ਲਾਲੇ ਦੀ ਅੰਸ਼ ਬੰਸ, ਭਾਈ ਮੇਹੇ ਦੀ ਅੰਸ਼ ਬੰਸ। ਤੇ ਅੱਜ ਫਿਰ ਉਹ ਹਾਥੀਆਂ ਦਾ ਕੰਮ ਜਿਹੜਾ ਸਮਾਪਤ ਹੋ ਗਿਆ। ਅੱਜ ਫਿਰ ਉਹ ਗੱਡੀਆਂ ਤੇ ਮੋਟਰ ਕਾਰਾਂ ਤੇ ਹੋ ਗਏ ਕੰਮ। ਇਸ ਕਰਕੇ ਗੁਰੂ ਜੀ ਨੇ ਫਿਰ ਕਿਰਪਾ ਕਰਤੀ, ਬਖਸ਼ਿਸ਼ ਕਰਤੀ। ਕਰਦਾ ਗੁਰੂ ਜੀ, ਪਰ ਜਦੋਂ ਸ਼ਰਧਾ ਤੇ ਭਾਵਨਾ, ਵਿਖਾਵੇ ਦੀ ਸੇਵਾ ਨਹੀਂ ਹੁੰਦੀ ਉਹ ਪਿਆਰੇ। ਕਈ ਮੇਰੇ ਵਰਗੇ ਹੁੰਦੇ ਆ ਨਾ, ਝਾੜੂ ਚੱਕ ਲਿਆ ਤੇ ਦੇਖਦੇ ਨੇ ਮੈਨੂੰ ਝਾੜੂ ਮਾਰਦੇ ਨੂੰ, ਕੌਣ ਵੇਖਦਾ ਵੀ ਹੈ ਕੋਈ? ਜੇ ਮੈਂ ਜੋੜੇ ਸਾਫ਼ ਕਰਦਾ ਮੈਨੂੰ ਕੋਈ ਦੇਖਦਾ ਵੀ ਹੈ? ਮਹਾਰਾਜ ਜੀ ਕਹਿਣ ਲੱਗੇ ਦੁਨੀਆ ਦੇ ਲੋਕ ਦੇਖਦੇ ਨੇ, ਉਹ ਤੈਨੂੰ ਗੁਰੂ ਨਹੀਂ ਦੇਖਦਾ ਹੈ। ਜੇ ਤੇਰੇ ਭਾਵਨਾ ਅੰਦਰ ਇਹ ਹੈ ਵੀ ਕੋਈ ਦੇਖੇ ਭਾਵੇਂ ਨਾ ਦੇਖੇ, ਪਰ ਮੇਰੇ ਉੱਤੇ ਨਜ਼ਰ ਮੇਰੇ ਗੁਰੂ ਦੀ ਪੈਣੀ ਚਾਹੀਦੀ ਹੈ, ਤੇ ਫਿਰ ਦਰਗਾਹ ਦੇ ਵਿੱਚ ਸੇਵਾ ਜਿਹੜੀ ਉਹ ਪ੍ਰਵਾਨ ਹੈ। ਕਿਵੇਂ? ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ ਜਾਏ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਕੀ ਮਨ ਵਜੀਆਂ ਵਗਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਬਦਾ ਗਾਵੋ ਹਰੀ ਕੀਰਾ ਮਨ ਨਿਵਸਾਇਆ। ਗੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੋ ਅਰਨਾਲੇ। ਹਰਨਾਲ ਰਹੋ ਤੁਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਕਰ ਤੇਰਾ ਕਾਰ ਸਭ ਸਵਾਰ। ਸਭਨਾ ਗਲਾ ਸਮਰੱਥ ਸੁਆਮੀ, ਸੋ ਕੋ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਹਰੋ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਰਬ ਵਿਚ ਹੈ, ਜਿਸਦੇ ਰੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਿਸਾਵੇ। ਵਰਿਆ ਵਾਜੇ ਸਭ ਲਗਨੇਰੇ। ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। ਤੇਰਾ ਆਧਾਰੋ ਦਾਸ ਨਾਮ ਆਧਾਰ, ਮੇਰਾ ਜਨ ਭੁੱਖਾ ਦਾ ਭੁਗਵਾਈਆਂ। ਕਰ ਜਾਗ ਜੁਗ ਮਨ ਆਈ ਵਸਿਆ, ਜਿਨੀ ਛਾਂ ਸਾਪ ਜਾਈਆਂ। ਗੁਰਮਾਨ ਕੀਤਾ ਗੁਰ ਮਿਟੋ ਦਿੱਤਿਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਆਤਾ ਨਾਮ ਰਾਇਆ ਦਾਰੋ ਵਾਜੇ, ਪੰਜ ਸ਼ਬਦ ਦਿੱਤ ਕਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਤੁਧ ਵਸ ਕੀਤੇ ਕਾਲ ਗੰਡਕ ਮਾਰਿਆ। ਕਰਮ ਪਾਇਆ ਤੋ ਜਿਨ ਕੋ ਸੇ ਨਾ ਮਰ ਕੈ ਲਾਗੇ। ਨਾਨਕ ਦਾਸ ਕੋ ਆਦਿਤ ਕਰਿ ਅਨਹਦ ਵਾਜੀ। ਆਨੰਦ ਸੁਨੋ ਮਟ ਭਾਗੀਓ, ਸਗਲ ਮਨੋਰਥ ਪੂਰੇ। ਪਾਵੈਂ ਪ੍ਰਪਾਇਆ ਉਦਰੇ ਲਗਰ ਦੂਰ। ਗੁਣੀ ਰਤੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪ੍ਰੀਤ ਕਹਤੇ, ਪਵਿੱਤ ਸਤਿਗੁਰ ਰਈਆ ਭਰਪੂਰੇ। ਨਾਨਕ ਚਰਨ ਲਾਗੇ ਲਾਗੇ ਅਨਹਦ ਪੂਰੇ। ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਰਾਧੇ ਦਾਈ ਰਾਇਆ ਖੇਲੇ ਸਗਲ ਜਾਗੋ ਤੂੰ। ਗਿਆਈਆਂ ਬੁਰਾਈਆਂ ਵਜੈ ਧਰਮ ਦੂਰ। ਕਰਮੀ ਆਪੋ ਆਪਣੀ ਗੇੜੇ ਦੂਰ। ਜਿਨੀ ਨਾਮ ਧਿਆਇਆ ਗਏ ਸਤਿ ਕਾਲੋ। ਨਾਨਕ ਦੇ ਮੁਖ ਉਜਲੇ ਕੀਤੀ ਜੁਟੀ ਨਾਲੋ। ਜਿਨੀ ਨਾਮ ਧਿਆਇਆ ਗਏ ਸਤਿ ਕਾਲੋ। ਨਾਨਕ ਦੇ ਮੁਖ ਉਜਲੇ ਕੀਤੀ ਜੁਟੀ ਨਾਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।